ਅੱਜ ਦੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਮੌਜੂਦ ਬਹੁਤ ਹੀ ਸੂਝਵਾਨ ਅਗਾਂਹਵਧੂ ਕਿਸਾਨ ਭਰਾ ਸਿੰਜੈਂਟਾ ਕੰਪਨੀ ਵੱਲੋਂ ਇਹਨਾਂ ਦੇ ਅਧਿਕਾਰੀ ਕਰਮਚਾਰੀ ਖੇਤੀਬਾੜੀ ਵਿਭਾਗ ਤੋਂ ਬਲਾਕ ਇੰਚਾਰਜ ਡਾਕਟਰ ਬਲਜੀਤ ਸਿੰਘ ਬਰਾੜ ਏਡੀਓ ਸਾਹਿਬਾਨ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਫਤਿਹ ਅਰਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਿਕਮਾ ਖੇਤੀਬਾੜੀ ਵੱਲੋਂ ਤਕਰੀਬਨ ਜਨਵਰੀ ਮਹੀਨੇ ਤੋਂ ਸਾਰੇ ਪਿੰਡਾਂ ਦੇ ਵਿੱਚ ਜੋ ਵੀ ਇਹ ਪਿਛਲੇ ਸਾਲ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਜਿਹੜਾ ਹੈ ਗੁਲਾਬੀ ਸੁੰਡੀ ਨਾਲ ਆਪਣੇ ਨਰਮੇ ਦਾ ਹੋਇਆ ਹੈ, ਉਹ ਇਸ ਫਸਲ ਜੋ ਮੌਜੂਦਾ ਅਸੀਂ ਫਸਲ ਬੀਜੀ ਹੋਈ ਹੈ ਉਹਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਉਹ ਤੋਂ ਕੋਈ ਨਾ ਕੋਈ ਅਸੀਂ ਕੋਈ ਉਪਾਅ ਕਰ ਸਕਦੇ ਹਾਂ, ਕੋਈ ਉਹਦੀ ਰੋਕਥਾਮ ਕਰ ਸਕਦੇ ਹਾਂ, ਕੀ ਸਾਨੂੰ ਉਪਰਾਲੇ ਕਰਨੇ ਚਾਹੀਦੇ। ਜੇ ਆਪਾਂ ਵੇਖੀਏ ਵੀ ਇਹ ਜਿਹੜੀ ਗੁਲਾਬੀ ਸੁੰਡੀ ਹੈ ਇਹ ਨਰਮੇ ਤੋਂ ਬਿਨਾਂ ਕਿਸੇ ਵੀ ਫਸਲ ਤੇ ਹੋਰ ਤੇ ਨਹੀਂ ਜਾਂਦੀ। ਜੇ ਆਪਾਂ ਇਹ ਕਹੀਏ ਵੀ ਜੋ ਅਸੀਂ ਕਣਕ ਵੱਢੀ ਸੀ, ਕੋਈ ਸਰੋਂ ਵੱਢੀ ਸੀ, ਕੋਈ ਸਬਜ਼ੀਆਂ, ਕੋਈ ਹੋਰ ਹੁਣ ਬੀਜੇ ਹੋਏ ਸਾਡੇ ਮੱਕੀ ਮੂੰਗੀ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਸਾਡਾ ਕੋਈ ਜੰਤਰ ਖੜਾ ਹੈ ਜਾਂ ਹੋਰ ਹਰੀ ਫਸਲ ਕੋਈ ਵੀ ਹੈਗੀ ਹੈ, ਕੋਈ ਘਾਹ ਫੂਸ ਕਿਸੇ ਤਰੀਕੇ ਦਾ ਕਿਸੇ ਵੀ ਫਸਲ ਤੇ ਗੁਲਾਬੀ ਸੁੰਡੀ ਨਹੀਂ ਹੁੰਦੀ। ਜੋ ਗੁਲਾਬੀ ਸੁੰਡੀ ਇਸ ਨਰਮੇ ਤੇ ਆਉਣੀ ਹੈ ਉਹ ਪਿਛਲੇ ਸਾਲ ਦੀ ਰਹਿੰਦ ਖੂੰਦ, ਖਾਸ ਤੌਰ ਤੇ ਜਿੱਥੇ ਕਿਤੇ ਕੋਈ ਕਾਣੀ ਫੁੱਟੀ ਕਾਣਾ ਬੜੇਮਾ ਪਿਆ ਹੈ ਉਹਦੇ ਚੋਂ ਆ ਸਕਦੀ। ਹੋਰ ਇਹਦਾ ਆਉਣ ਦਾ ਕਿਸੇ ਨੂੰ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ ਵੀ ਇਹਦਾ ਕੋਈ ਹੋਰ ਆਉਣ ਦਾ ਜ਼ਰੀਆ ਹੈ। ਇਹਦਾ ਇੱਕੋ ਇੱਕ ਜ਼ਰੀਆ ਹੈ, ਕੋਈ ਕਾਣੀ ਫੁੱਟੀ ਭਾਵੇਂ ਸਿੱਟੀਆਂ 'ਚ ਪਈ ਹੈ, ਭਾਵੇਂ ਫੈਕਟਰੀ 'ਚ ਨਰਮੇ 'ਚ ਪਈ ਹੈ, ਭਾਵੇਂ ਕਿਸੇ, ਤਾਂ ਇਹ ਸਿਰਫ ਉੱਥੇ ਆਪਦਾ ਜਿਹੜਾ ਜੀਵਨ ਚੱਕਰ ਹੈ ਉੱਥੋਂ ਪੂਰਾ ਕਰਦੀ ਹੈ। ਔਰ ਤਕਰੀਬਨ ਜਦੋਂ ਤੋਂ ਅਸੀਂ ਨਵੰਬਰ ਦਸੰਬਰ ਦੇ ਵਿੱਚ ਨਰਮਾ ਅਸੀਂ ਪੱਟਦੇ ਹਾਂ ਉਸ ਵੇਲੇ ਤੋਂ ਲੈ ਕੇ ਆਪਦੀ ਨੀਂਦਰ ਅਵਸਥਾ ਦੇ ਵਿੱਚ ਇਹ ਇੰਨਾ ਲੰਬਾ ਸਮਾਂ ਟਾਈਮ ਟਪਾਉਂਦੀ ਹੈ। ਜਿਵੇਂ ਜਿਵੇਂ ਫਰਵਰੀ ਮਾਰਚ ਤੋਂ ਮੌਸਮ ਖੁੱਲਦਾ ਹੈ ਤਾਂ ਇਹਦੇ ਜਿਹੜੇ ਸੁੰਡੀ ਦੀ ਅਵਸਥਾ ਦੇ ਵਿੱਚ ਇਹ ਨੀਂਦਰ ਅਵਸਥਾ 'ਚ ਰਹਿੰਦੀ ਹੈ। ਉਸ ਤੋਂ ਬਾਅਦ ਇਹਨੇ ਇੱਕ ਕੈਪਸੂਲ ਜਿਹੜਾ ਇਹਨੇ ਪਿਊਪਾ ਬਣਨਾ ਹੁੰਦਾ ਹੈ। ਤੁਹਾਨੂੰ ਦੱਸ ਵੀ ਰਹੇ ਸੀ ਪਹਿਲਾਂ, ਜਿਵੇਂ ਵੀ ਹੈ ਇੱਥੇ ਤਸਵੀਰਾਂ ਵੀ ਲਾਈਆਂ ਹੋਈਆਂ, ਉਹ ਜਿਹੜਾ ਕੈਪਸੂਲ ਜਿਹਾ ਬਣਿਆ ਹੋਇਆ। ਉਸ ਤੋਂ ਬਾਅਦ ਦੀ ਅਵਸਥਾ ਜਿਹੜੀ ਹੈ ਇਹਨੇ ਪਤੰਗੇ ਦੇ ਰੂਪ 'ਚ ਇਹਨੇ ਅਗਾਂਹ ਫੈਲਣਾ ਹੈ। ਹੁਣ ਦੇਖਣ ਵਾਲੀ ਚੀਜ਼ ਇਹੀ ਹੈ ਵੀ ਨਰਮੇ ਨੂੰ ਜਦੋਂ ਤੱਕ ਕੋਈ ਫੁੱਲ ਫਲਾਕਾ ਨਹੀਂ ਪੈਂਦਾ ਉਹਨਾਂ ਚਿਰ ਇਹ ਪਤੰਗਾ ਜਿੱਥੇ ਕਿਤੇ ਵੀ ਜਾਂਦਾ ਹੈ ਉਹ ਆਪਦੀ 5-7 ਦਿਨ ਦੀ ਜ਼ਿੰਦਗੀ ਪੂਰੀ ਕਰਕੇ ਉਹ ਮਰ ਜਾਂਦਾ ਹੈ ਜਾਂ ਉਹਨੂੰ ਕੋਈ ਪੰਛੀ ਚੁਗ ਲੈਂਦੇ ਆ, ਪਰੰਤੂ ਉਹਨੂੰ ਅਗਾਂਹ ਆਪਦੇ ਬੱਚੇ ਪੈਦਾ ਕਰਨ ਲਈ ਜਾਂ ਉਹ ਜਿਹੜਾ ਫੁੱਲ ਹੈ ਜਾਂ ਟੀਂਡੇ ਹੈ ਅੱਗੇ ਜੀਵਨ ਚੱਕਰ ਚਲਾਉਣ ਲਈ ਹਜੇ ਤੱਕ ਨਹੀਂ ਮਿਲ ਰਹੇ। ਪਰੰਤੂ ਹੁਣ ਜਦੋਂ ਸਾਡਾ ਫੁੱਲ ਫਲਾਕਾ ਸ਼ੁਰੂ ਹੋ ਜਾਣਾ ਤਾਂ ਸਾਡਾ ਜਿਹੜਾ ਮੇਨ ਖਤਰਾ ਹੈ ਉਹ ਇਸ ਸਮੇਂ ਸ਼ੁਰੂ ਹੁੰਦਾ ਹੈ। ਜੇ ਅਸੀਂ 40 ਸਾਲ ਪਹਿਲਾਂ ਦੀ ਗੱਲ ਕਰੀਏ, 40 ਸਾਲ 45 ਸਾਲ ਪਹਿਲਾਂ ਦੀ ਗੱਲ ਕਰੀਏ, ਜਦੋਂ ਸਪਰੇਆਂ ਸ਼ੁਰੂ ਹੋਈਆਂ ਹੋਈਆਂ ਹੈ, ਉਸ ਟਾਈਮ ਦੇ ਵਿੱਚ ਜੇ ਕੋਈ ਸੁੰਡੀ ਸਭ ਤੋਂ ਪਹਿਲਾਂ ਹੁੰਦੀ ਸੀ ਤੇ ਇਹੀ ਗੁਲਾਬੀ ਸੁੰਡੀ ਹੁੰਦੀ ਸੀ। ਇਹੀ ਗੁਲਾਬੀ ਸੁੰਡੀ ਫੁੱਟੀ ਕਾਣੀ ਕਰਦੀ ਸੀ, ਸਿੱਕਰੀ ਦੇ ਵਿੱਚ ਦੀ ਪਾਰ ਹੋ ਕੇ 2 ਫੁੱਟੀਆਂ ਨੂੰ ਜੋੜਦੀ ਸੀ, ਕਾਣੀ ਕਰਦੀ ਸੀ ਔਰ ਚੁੰਦੀ ਰਹਿੰਦੀ ਸੀ ਨਰਮੇ ਦੇ ਵਿੱਚ। ਟਿੰਡੇ ਅਸੀਂ ਘਰੇ ਤੋੜਦੇ ਸੀ ਤੇ ਉਹ ਟਿੰਡਿਆਂ ਦੇ ਵਿੱਚੋਂ ਵੀ ਕਾਫੀ ਮਾਤਰਾ ਦੇ ਵਿੱਚ ਇਹ ਜਦੋਂ ਆਪਣੇ ਤਾਂ ਆਮ ਜਿਵੇਂ ਪਿੰਡਾਂ ਦਾ ਸੁਭਾਅ ਹੁੰਦਾ, ਮੰਜੇ ਦੀ ਟਿੰਡੇ ਰੱਖੇ ਹੁੰਦੇ ਤੇ ਟੋਕਰਾ ਰੱਖਿਆ ਹੁੰਦਾ ਤੇ ਮੰਜੇ ਤੇ ਦੁਨੀਆਂ ਫਿਰਦੀਆਂ ਹੁੰਦੀਆਂ ਸੁਣਦਾ ਇਹ, ਤਾਂ ਉਹ ਸਿਸਟਮ ਸੀ ਜਿਹੜਾ ਸੁੰਡੀ ਉਹੀ ਹੈ। ਫਰਕ ਇੱਕ ਹੈ ਵੀ ਜਿਹੜੇ ਹਾਈਬ੍ਰਿਡ ਨਰਮੇ ਆ 1 ਮਹੀਨਾ ਪਹਿਲਾਂ ਫੁੱਲ ਲੈ ਲੈਂਦੇ। ਸਾਡੇ ਜਿਹੜੇ ਉਦੋਂ ਦੀਆਂ ਵੈਰਾਈਟੀਆਂ ਹੁੰਦੀਆਂ ਸੀ ਉਹ ਤਕਰੀਬਨ 15 ਜੁਲਾਈ 20 ਜੁਲਾਈ ਤੋਂ ਜਾ ਕੇ ਫੁੱਲ ਫਲਾਕਾ ਦਿਖਾਉਂਦੀਆਂ ਸੀ। ਯਾਨੀ 1 ਮਹੀਨਾ ਹੋਰ ਜੇ ਉਦੋਂ ਰਹਿੰਦ ਖੂੰਦ ਚੋਂ ਕਿਤੇ ਪਤੰਗੇ ਆਉਂਦੇ ਸੀ ਤਾਂ 1 ਮਹੀਨਾ ਹੋਰ ਉਹਨਾਂ ਨੂੰ ਗਾਂਹ ਵਧਣ ਫੁੱਲਣ ਲਈ ਮੌਕਾ ਨਹੀਂ ਸੀ ਮਿਲਦਾ, ਉਹ ਮਾਰੇ ਜਾਂਦੇ ਸੀ। ਕਿਉਂਕਿ ਇਹ ਤਕਰੀਬਨ
फरवरी मार्च महीने तो लाओ ये मारे जा रहे हैं, उन्हां तो उन्हां दी अगली संतान नहीं वध फुल रही। फिर भी जिथे किते छड़ियां दे सौर हजे भी पए है। बेशक फैक्ट्रियां दे विच इधर नरमा जिहड़ा बहुत घट सी, तीसरा हिस्सा नरमा सी, इस करके फैक्ट्रियां दा काम तकरीबन 15 मार्च नूं मुकम्मल हो गया सी। उन्हां दा काम 15 मार्च नूं मुकम्मल हो गया। उन्होंने बड़ेवे वगैरह भी सामभते, सफाई भी करती, कूड़ा करकट भी सामभता। हुण उन्हां थावां तो इस साल दे विच खतरा बिल्कुल नामात्र है, पर जिहड़ा खतरा मेन है सब तो पहला वो है भी जे साडे नरमे वाले खेत दी सिटियां पईआं, उस तो बाद साडे पिंड दी न्याई च पईआं। इस पतंगे ने जदों सिटियां दे विचों निकलना है तो इहने नरमे तक पहुंचना है। जे नरमा उहनूं नेड़े मिल गया तो नेड़े खड़ जाने, नहीं नेड़े मिलिया जिथों तक इहदी दौड़ है नरमे ਵੱਲ ਨੂੰ जाना। ਹੁਣ ਸਵਾਲ ਇਹਦੇ ਤੇ ਇਹੀ ਆਉਂਦਾ ਹੈ ਵੀ ਜਿੰਨਾ ਚਿਰ ਫੁੱਲ ਨਹੀਂ ਸੀਗੇ, ਛੋਟਾ ਨਰਮਾ ਸੀ, ਉਹਨਾਂ ਚਿਰ ਕਿਤੇ ਤੁਰਿਆ ਫਿਰਦਾ ਸੀ। ਅਸੀਂ ਤਜਰਬੇ ਤੌਰ ਤੇ ਇਹ ਟ੍ਰੈਪ ਹੈ ਜਿਹੜਾ, ਇਹ ਟ੍ਰੈਪ ਅਸੀਂ ਤਕਰੀਬਨ ਅਪ੍ਰੈਲ ਮਹੀਨੇ ਤੋਂ ਖੇਤਾਂ ਦੇ ਵਿੱਚ ਤੇ ਮਾਰਚ ਮਹੀਨੇ ਤੋਂ ਹੀ ਅਸੀਂ ਜਿੰਨੇ ਕੁ ਫੈਕਟਰੀਆਂ ਚ ਲਾਏ ਹੋਏ ਆ, ਇਹਦੇ ਵਿੱਚ ਪਤੰਗੇ ਆ ਜਿਹੜੇ ਉਹ ਇਹਦੇ ਸੁਗੰਧੀ ਦੇ मतलब ਇਹਦਾ ਪਤੰਗਾ ਜਿਹੜਾ ਨਰ ਪਤੰਗਾ ਹੈ ਉਹਨੇ ਇਹਦੇ ਚ ਆਉਣਾ ਹੁੰਦਾ ਹੈ, ਇਹਦੇ ਨੇੜੇ ਆ ਜਾਂਦਾ ਹੈ। ਜਦੋਂ ਅੰਦਰ ਵੜ ਜਾਂਦਾ ਉਹ ਤੋਂ ਬਾਹਰ ਨਹੀਂ ਨਿਕਲ ਜਾਂਦਾ, ਵਿੱਚ ਡਿੱਗ ਪੈਂਦਾ। ਤਾਂ ਉਹਨੂੰ ਅਸੀਂ ਜਦੋਂ ਦੇਖਦੇ ਹਾਂ ਵੀ ਤਕਰੀਬਨ ਲਗਾਤਾਰ ਪਤੰਗੇ ਆ ਰਹੇ ਨੇ, ਹੁਣ ਤੱਕ ਵੀ ਆ ਰਹੇ ਆ, ਜਾਂ ਆਪਾਂ ਇਹ ਕਹੀਏ ਵੀ ਕੋਈ ਖਤਰਾ ਨਹੀਂ ਜਾਂ ਕਿਤੇ ਸੁੰਡੀ ਹੈ ਨਹੀਂ ਗੀ, ਪਰੰਤੂ ਇਹ ਜਿੱਥੇ ਕਿਤੇ ਲੱਗੇ ਹੋਏ ਆ। ਹਰੇਕ ਪਿੰਡ 'ਚ ਤਕਰੀਬਨ 1-2 ਥਾਂ ਤੇ ਅਸੀਂ ਤਜਰਬੇ ਤੌਰ ਤੇ ਲਾਏ ਸੀ, ਤਾਂ ਉਹਦੇ ਵਿੱਚ ਇਹ ਪਤੰਗੇ ਆ ਰਹੇ ਆ। ਮੰਨ ਲਓ ਤੁਹਾਨੂੰ ਇਹ ਕੰਪਨੀ ਵੱਲੋਂ ਵੀ ਉਪਲਬਧ ਹੁੰਦੇ ਆ, ਸਿਰਫ ਜਾਣਕਾਰੀ ਮਿਲੂ ਇਹ ਤੋਂ ਵੀ ਤੁਹਾਡੇ ਆਲੇ ਦੁਆਲੇ ਕਿਤੇ ਨਾ ਕਿਤੇ ਕੋਈ ਨਾ ਕੋਈ ਸੋਮਾ ਇਹੋ ਜਿਹਾ ਹੈਗਾ ਜਿਹਦੇ ਵਿੱਚੋਂ ਕੋਈ ਰਹਿੰਦ ਖੂੰਹਦ ਕੀੜੇ ਦੀ ਸੀਗੀ ਤੇ ਉਹਦੇ ਚੋਂ ਪਤੰਗੇ ਜਿਹੜੇ ਉਹ ਪਹੁੰਚ ਰਹੇ ਆ। ਇਹਦੇ ਨਾਲ ਇਹ ਨਹੀਂ ਹੈ ਵੀ ਅਸੀਂ ਕੋਈ ਕੀੜਾ ਰੋਕ ਰਹੇ ਹਾਂ, ਇਹ ਸਿਰਫ ਕੀ ਹੈ ਵੀ ਜਿੰਨਾ ਪਤੰਗਾ ਇਹਦੇ ਚ ਆ ਗਿਆ ਉਹ ਜ਼ਰੂਰ ਮਰ ਜੂਗਾ, ਪਰ ਉਸ ਤੋਂ ਬਿਨਾਂ ਵੀ ਇਹਦੇ ਚ ਆਉਣ ਤੋਂ ਪਹਿਲਾਂ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਉਹ ਇੱਕ ਵੱਖਰੀ ਚੀਜ਼ ਹੈ। ਪਰ ਜਿਹੜਾ ਸਾਡੇ ਮੇਨ ਕਰਨ ਵਾਲਾ ਕੰਮ ਹੈ ਉਹ ਇਸ ਤੋਂ ਬਾਅਦ ਇਹੀ ਹੈ ਵੀ ਸਾਡੀ ਨਿਸ਼ਾਨੀ ਹੈ ਜਿਹੜੀ ਉਹ ਫੁੱਲ ਦੇ ਵਿੱਚ, ਜਿਵੇਂ ਸਭ ਤੋਂ ਪਹਿਲਾਂ ਫੁੱਲ ਖਿੜਦੇ ਆ, ਉਸ ਵੇਲੇ ਟੀਂਡਾ ਤਾਂ ਹੈ ਨਹੀਂ। ਸਭ ਤੋਂ ਪਹਿਲਾਂ ਜਿਹੜਾ ਫੁੱਲਾਂ ਦਾ ਸਮਾਂ ਹੈ, ਅਸੀਂ ਜੇ ਸਾਡੇ ਇਹ ਵੀ ਲੱਗਿਆ ਹੋਇਆ ਸਾਨੂੰ ਭਮੱਕੜ ਜਾਂ ਪਤੰਗੇ ਦੀ ਸ਼ੱਕ ਪੈ ਰਹੀ ਹੈ ਤਾਂ ਅਸੀਂ ਫੁੱਲਾਂ ਨੂੰ ਵੀ ਨਿਰਖਾਂਗੇ। ਅਸੀਂ 100 ਫੁੱਲ ਦੇਖਦੇ ਹਾਂ, ਜਿਹੜੇ ਫੁੱਲ ਦੇ ਵਿੱਚ ਸਾਨੂੰ ਉਹਦੇ ਜਿਹੜਾ ਉਹਦਾ ਬੂਰ ਹੁੰਦਾ, ਫੁੱਲ ਦਾ ਪਰਾਗਕਣ ਹੁੰਦੇ ਆ, ਉਹਨਾਂ ਦੇ ਵਿੱਚ ਚਿੱਟਾ ਰੰਗ ਵੀ ਹੋ ਸਕਦਾ ਹੈ, ਇਕੱਲਾ ਮੂੰਹ ਜਾਂ ਕਾਲਾ ਵੀ ਹੋ ਸਕਦਾ ਹੈ। ਜੇ ਉਹ ਥੋੜੀ ਜਿਹੀ ਵੱਡੀ ਹੋ ਜਾਏ ਤਾਂ ਗੁਲਾਬੀ ਰੰਗ ਤੱਕ ਚਲੀ ਜਾਂਦੀ ਹੈ। ਸਾਨੂੰ ਉਹ ਸੁੰਡੀ ਜਿਹੜੀ ਉਹਦੇ ਬੂਰ ਦੇ ਵਿੱਚ ਲਿਪਟੀ ਹੋਈ ਸਾਨੂੰ ਦਿਖੂਗੀ। ਸਵਾਲ ਇੱਕ ਮਿੰਟ ਸਵਾਲ ਤੁਸੀਂ ਕਰ ਲਿਓ, ਪਰ ਇਹਦੀ ਥਿਊਰੀ ਸਮਝੋ। ਜਦੋਂ ਪਤੰਗਾ ਆਂਡੇ ਦਿੰਦਾ ਹੈ, ਮੰਨ ਲਓ ਫੁੱਲ ਬਣਨ ਵਾਲੇ ਥਾਂ ਤੇ ਵੀ ਦਿੰਦਾ ਹੈ, ਛੋਟੇ ਟਿੰਡੇ ਤੇ ਵੀ ਦਿੰਦਾ ਹੈ। ਟਿੰਡਾ ਸਾਡੇ ਕੋਈ ਮੰਨ ਲਓ ਵੀ ਰੀਠੇ ਜਿੱਡਾ, ਔਲੇ ਜਿੱਡਾ, ਮਤਲਬ ਜਿਹੜਾ ਕੱਚਾ ਹਰਾ ਟਿੰਡਾ ਹੈ, 20-22 ਦਿਨਾਂ ਦੇ ਤੱਕ ਦਾ ਟਿੰਡਾ ਜਿਹੜਾ ਉਹ ਇਹਦੇ ਖਤਰੇ 'ਚ ਹੈ। ਫੁੱਲ ਜਿਹੜਾ ਉਹ ਹਮੇਸ਼ਾ ਇਹਦੇ ਖਤਰੇ 'ਚ ਹੈ। ਸਵਾਲ ਹੁਣ ਇੱਥੇ ਇਹ ਆਉਂਦਾ ਹੈ ਵੀ ਇਹ ਤਕਰੀਬਨ ਜਦੋਂ ਸਾਡੇ ਖੇਤ 'ਚ ਆਂਡਾ ਇਹਨੇ ਦਿੱਤਾ ਪਤੰਗੇ ਨੇ, 4 ਦਿਨ ਵਿੱਚ ਜਾਂ ਮੌਸਮ ਦੇ ਲਿਹਾਜ਼ ਨਾਲ ਇੱਕ ਅੱਧਾ ਦਿਨ ਵੱਧ ਘੱਟ ਨਾਲ, ਜਾਂ ਤਾਂ ਉਹਨੂੰ ਫੁੱਲ ਦੇ ਨੇੜੇ ਦਿੱਤਾ ਹੋਵੇ, ਫੁੱਲ ਦੀ ਪੰਖੜੀ 'ਚ, ਜਾਂ ਟਿੰਡੇ ਦੇ ਉੱਤੇ ਦਿੱਤਾ ਹੋਇਆ ਅੰਡਾ। ਟਿੰਡੇ ਦੇ ਉੱਤੇ ਵਾਲੇ ਨੇ ਟਿੰਡੇ 'ਚ ਵੜਨ ਦੀ ਕੋਸ਼ਿਸ਼ ਕਰਨੀ ਹੈ, ਜਿਹੜਾ ਫੁੱਲ ਦੀ ਪੰਖੜੀ ਤੇ ਜਾਂ ਫੁੱਲ ਦੇ ਨਾਲ ਦਿੱਤਾ ਹੋਇਆ ਉਹਨੇ ਫੁੱਲ 'ਚ ਵੜਨ ਦੀ ਕੋਸ਼ਿਸ਼ ਕਰਨੀ ਹੈ। ਉੱਧਰੋਂ ਫੁੱਲ ਖਿੜ ਰਿਹਾ ਹੈ, ਉਹਨੇ ਅੰਦਰੋਂ ਜਦੋਂ ਵਿੱਚ ਦੀ ਘੁੰਮਦਾ ਹੈ, ਮਤਲਬ ਇਹ ਸੁੰਡੀ ਘੁੰਮਦੀ ਹੈ, ਤਾਂ ਉਹਦਾ ਇਸ ਤਰ੍ਹਾਂ ਦਾ ਮਤਲਬ ਕੋਈ ਨਾ ਕੋਈ ਉਹਦੇ ਨਾਲ ਪਦਾਰਥ ਲੱਗਦਾ ਵੀ ਉਹ ਅੰਦਰੋਂ ਜਿਹੜੀਆਂ ਪੰਖੜੀਆਂ ਜੁੜ ਜਾਂਦੀਆਂ ਨੇ। ਤਾਂ ਜਦੋਂ ਅਸੀਂ ਜੇ ਦੇਖਾਂਗੇ ਤਾਂ ਉਹ ਫੁੱਲ ਨਾਰਮਲੀ ਸਪੀਕਰ ਵਾਂਗੂ ਖੁੱਲਦਾ ਨਹੀਂ ਹੈ, ਉਹ ਗੁਲਾਬ ਦੇ ਫੁੱਲ ਵਾਂਗੂ ਜਾਂ ਭਮੀਰੀ ਵਾਂਗੂ ਜੁੜਿਆ ਹੋਇਆ ਫੁੱਲ ਹੁੰਦਾ ਹੈ।
ਇਹ ਚੀਜ਼ਾਂ ਆਪਾਂ ਸਾਰੇ ਜਾਣਦੇ ਹਾਂ, ਪਿਛਲੇ ਸਾਲ ਤਕਰੀਬਨ ਅਸੀਂ ਦੇਖ ਚੁੱਕੇ ਹਾਂ। ਹੁਣ ਸਵਾਲ ਫਰਕ ਕੀ ਹੈ? ਫਰਕ ਹੈ ਇੱਕ ਤੇ ਕਿਸਾਨ ਵੀਰ ਉਹ ਹੈ ਜਿਹੜੇ 50 ਸਾਲ ਜਾਂ 50 ਸਾਲ ਤੋਂ ਵੱਧ ਦੀ ਉਮਰ ਵਾਲੇ ਆ, ਇੱਕ ਕਿਸਾਨ ਵੀਰ ਉਹ ਹੈ ਜਿਹੜੇ 30 ਸਾਲ ਜਾਂ 35 ਸਾਲ ਦੀ ਉਮਰ ਵਾਲੇ। ਜਿਹੜੇ ਤਾਂ 50 ਸਾਲ ਤੋਂ ਵੱਧ ਉਮਰ ਵਾਲੇ ਆ ਉਹ ਸਾਰੇ ਇਹਨੂੰ ਚੰਗੀ ਤਰ੍ਹਾਂ ਜਾਣਦੇ ਸੁਣੀ। ਉਹ ਸਾਰੇ ਇਹ ਵੀ ਜਾਣਦੇ ਆ ਵੀ ਕਿਸੇ ਟਾਈਮ 2-3 ਸਪਰੇਆਂ ਨਾਲ ਵੀ ਇਹ ਸੁੰਡੀ ਦਾ ਵਿਨਾਸ਼ ਕਰਤਾ ਸੀ। ਜਿਹੜਾ ਹੁਣ ਜਨਰੇਸ਼ਨ ਹੈ, ਹੁਣ ਜਨਰੇਸ਼ਨ ਦਾ ਹਿਸਾਬ ਹੋਰ ਹੈ ਵੀ ਹੁਣ ਜਦੋਂ ਅਸੀਂ ਖੇਤੀ ਦਾ ਢੰਗ ਹੈ, ਕੁਝ ਦਵਾਈਆਂ ਇਹੋ ਜਿਹੀਆਂ ਆਈਆਂ ਹੈ ਵੀ ਜਿਹੜੀਆਂ ਝੋਨੇ ਤੇ ਜਾਂ ਹੋਰ ਫਸਲਾਂ ਤੇ ਉਹ ਕਿਸਾਨ ਦੇ ਦਿਮਾਗ 'ਚ ਇਹ ਹੈ ਵੀ 20 ਦਿਨ ਕੰਮ ਕਰੂ। ਇਹ ਦਵਾਈ ਸਪਰੇਅ ਕਰਤੀ ਭਾਵੇਂ 700 ਦੀ 800 ਦੀ ਹੈ, ਇਹ ਤਾਂ 15 ਦਿਨ ਕੰਮ ਕਰੂ, ਇਹ 20 ਦਿਨ ਕੰਮ ਕਰੂ। ਪਰ ਜਿਹੜਾ ਇਹ ਕੀੜੇ ਦਾ ਸਿਸਟਮ ਹੈ, ਇਹ ਕੀੜੇ ਦੇ ਸਿਸਟਮ ਵਿੱਚ ਅਸੀਂ ਕੋਈ ਵੀ ਦਵਾਈ ਤੋਂ 8-10 ਦਿਨ ਤੋਂ ਵੱਧ ਰਿਜ਼ਲਟ ਨਹੀਂ ਲੈ ਸਕਦੇ। ਕਾਰਨ ਕੀ ਹੈ? ਕਾਰਨ ਇਹਦਾ ਇਹ ਹੈ ਵੀ ਜਿਹੜੀ ਚੀਜ਼ ਖਤਰੇ 'ਚ ਹੈ ਉਹ ਰੋਜ਼ਾਨਾ ਅੱਗੇ ਲਗਰਾਂ ਵੱਧਦੀਆਂ, ਨਵਾਂ ਫੁੱਲ ਫਲਾਕਾ ਲੱਗਦਾ ਹੈ। ਨਵੇਂ ਫੁੱਲ ਫਲਾਕੇ ਤੇ ਸਾਡੀ 5 ਦਿਨ 4 ਦਿਨ 8 ਦਿਨ ਪਹਿਲਾਂ ਛਿੜਕੀ ਹੋਈ ਦਵਾਈ ਉੱਥੇ ਨਹੀਂ ਪਹੁੰਚਦੀ, ਉਹ ਫਿਰ ਖਤਰੇ 'ਚ ਬਿਠਾ। ਔਰ ਜਿਹੜਾ ਨਵਾਂ ਆਂਡਾ ਹੈ ਉਹ ਆਉਂਦਾ ਰਹਿੰਦਾ ਹੈ। ਹੁਣ ਸਮਝਣ ਵਾਲੀ ਗੱਲ ਇਹ ਹੈ ਵੀ ਪੁਰਾਣੇ ਕਿਸਾਨ ਸਾਰੇ ਜਾਣਦੇ ਆ 40 ਰੁਪਈਆਂ ਤੋਂ ਲੈ ਕੇ 40 ਰੁਪਈਆਂ ਵਾਲੀ ਦਵਾਈ 100 ਮਿਲੀਲੀਟਰ ਫੈਨਵਲ, 100 ਮਿਲੀਲੀਟਰ ਐਲਫਾਮੈਥਰੀਨ ਜਾਂ ਸਾਈਪਰਮੈਥਰੀਨ 80 ਮਿਲੀਲੀਟਰ 25 ਤਾਕਤ ਵਾਲੀ 10% ਤਾਕਤ ਵਾਲੀ ਅਸੀਂ 250 ml ਪਾਉਂਦੇ ਸੀ। ਉਹਦੇ ਬਦਲ ਦੇ ਵਿੱਚ ਉਦੋਂ ਤਾਂ ਅਸੀਂ ਮੋਨੋ ਵੀ ਕਰ ਜਾਂਦੇ ਸੀ, 400-500 ml ਮੋਨੋ, ਬੜਾ ਰਿਜ਼ਲਟ ਵਧੀਆ ਆਉਂਦਾ ਸੀ। ਮੰਨ ਲਓ ਕੋਈ ਨਾਲ ਬਾਤ ਕਰਦੇ ਸੀ, ਇਥਿਓਨ ਕਰਦੇ ਸੀ। ਦੇਖੋ ਪੁਰਾਣੀਆਂ ਦਵਾਈਆਂ ਜਿਹੜੀਆਂ ਤੁਸੀਂ ਜਾਣਦੇ ਆ ਸਾਰੀਆਂ ਕੰਮ ਕਰਦੀਆਂ। ਨਵੀਆਂ ਦਵਾਈਆਂ ਜਿਹੜੀਆਂ ਰਿਕਮੈਂਡ ਹੋਈਆਂ ਭਾਵੇਂ ਪ੍ਰੋਕਲੇਮ, ਐਮਾਮੈਕਟਨ ਸਾਲਟ ਹੈ ਜਿਹੜਾ, ਜਾਂ ਫੇਮ ਹੈ, ਲਾਰਵਿਨ ਹੈ, ਦਵਾਈਆਂ ਦੀ ਰੇਂਜ ਬਹੁਤ ਦਵਾਈਆਂ, ਸਾਰੀਆਂ ਦਵਾਈਆਂ ਕੰਮ ਕਰਦੀਆਂ। ਪਰ ਕੰਮ ਕਦੋਂ ਕਰਨਗੀਆਂ? ਸਭ ਤੋਂ ਪਹਿਲਾਂ ਕੰਮ ਦਾ ਜਿਹੜਾ ਟਾਈਮ ਹੈ ਪਹਿਲੇ ਫੁੱਲ ਹੈ। ਪਹਿਲੇ ਫੁੱਲਾਂ ਦੇ ਸਮੇਂ 'ਚ ਜਦੋਂ ਤੁਹਾਨੂੰ ਸ਼ੰਕਾ ਹੋ ਗਿਆ ਵੀ ਸਾਡੇ ਖੇਤ ਕੋਈ ਨਾ ਕੋਈ ਸੁੰਡੀ ਦਿਖਾਈ ਦਿੰਦੀ ਹੈ, ਤਾਂ ਕਿ ਟਿੰਡੇ ਨਾ ਹਜੇ ਬਣੇ ਹੋਣ, ਉਹਨੂੰ ਲੁਕਣ ਨੂੰ ਥਾਂ ਨਾ ਹੋਵੇ। ਕਿਉਂ? ਕਾਰਨ ਕੀ ਹੈ? ਸਾਡੇ ਖੇਤ 'ਚ ਇੱਕ ਸੁੰਡੀ ਨੇ ਜਨਮ ਲਿਆ, ਜੇ ਉਹ ਟਿੰਡੇ 'ਚ ਵੜ ਗਈ ਤਾਂ 25 ਦਿਨਾਂ ਦਾ ਜੀਵਨ ਚੱਕਰ ਪੂਰਾ ਕਰਕੇ 1 ਤੋਂ 60 ਬਣਨਗੀਆਂ। 1 ਤੋਂ 60 ਬਣਨਗੀਆਂ। ਉਦੋਂ ਬਾਅਦ ਅਗਲਾ 25 ਦਿਨਾਂ ਦਾ ਜੀਵਨ ਚੱਕਰ ਪੂਰਾ ਕਰਕੇ 60 ਤੋਂ ਇਹ ਤਕਰੀਬਨ 2500 3000 ਬਣਨਗੀਆਂ। ਇਹ 50 ਦਿਨ ਦਾ ਚੱਕਰ ਹੋ ਗਿਆ। ਜੇ ਤੁਸੀਂ 50 ਦਿਨ 'ਚ ਨਹੀਂ ਕਾਬੂ ਕਰ ਸਕੇ ਤਾਂ ਅਗਲਾ ਚੱਕਰ ਹੈ ਜਿਹੜਾ ਉਹ ਲੱਖਾਂ ਵਾਲਾ, ਉਹ ਤੁਹਾਡੇ ਕਾਬੂ ਤੋਂ ਬਾਹਰ ਹੈ। ਜਿਵੇਂ ਪਿਛਲੇ ਸਾਲ ਅਗਸਤ, ਸਤੰਬਰ, ਅਕਤੂਬਰ ਮਹੀਨੇ ਤੋਂ ਹੋਇਆ ਸੀ, ਉਦੋਂ ਇਹ 1.5 ਲੱਖ, ਉਸ ਤੋਂ ਅਗਲੀਆਂ ਗੁਣਾਂਕ ਜਿਹੜੇ ਚੱਲੀ ਜਾਂਦੇ ਆ, ਸਮਝ ਲਓ ਸਾਡੀ ਹਵਾ ਦੇ ਵਿੱਚ ਸੁੰਡੀ। ਸਵਾਲ ਹੁਣ ਇਹੀ ਹੈ, ਪਹਿਲੇ ਫੁੱਲ ਫਲਾਕੇ ਤੇ ਤੁਹਾਡੀ ਇੱਕ ਹੈ, ਨਰਮਾ ਵੀ ਕੱਦ ਦਾ ਹਿਸਾਬ 'ਚ ਹੈ, ਟਿੰਡੇ 'ਚ ਸੁੰਡੀ ਬੜੀ ਨਹੀਂ। ਜੇ ਤੁਸੀਂ ਪੁਰਾਣੇ ਆਪਦੇ ਪਰਿਵਾਰ ਦੇ ਕੋਈ ਵੱਡੇ ਮੈਂਬਰ ਤੋਂ ਕਿਸੇ ਤੋਂ ਵੀ ਪੁੱਛ ਕੇ ਦਵਾਈ ਛਿੜਕਦੇ ਹੋ ਨਾ, ਤੇ ਤੁਹਾਡੀ ਜਿਹੜੀ ਸੁੰਡੀ ਦੀ ਰੋਕਥਾਮ ਉੱਥੋਂ ਸ਼ੁਰੂ ਹੋ ਜਾਂਦੀ। ਤੇ ਜੇ ਸਾਰਾ ਪਿੰਡ ਜਾਂ ਸਾਡੇ ਸਾਰੇ ਕਿਸਾਨ ਆ ਜਿਵੇਂ ਹੁਣ ਆਉਣ ਵਾਲੇ 15-20 ਦਿਨਾਂ ਤੱਕ ਫੁੱਲ ਫਲਾਕਾ ਜਿਵੇਂ ਜਿਵੇਂ ਸ਼ੁਰੂ ਹੁੰਦਾ ਹੈ, ਇਹ ਪਹਿਲੇ 25 ਦਿਨ ਵੀ ਅਸੀਂ ਗੌਰ ਨਾਲ ਮਤਲਬ 3-4 ਸਪਰੇਆਂ ਜੇ ਕਰ ਲਈਏ ਤਾਂ ਬਹੁਤ ਵੱਡੇ ਪੱਧਰ ਤੇ ਸਾਨੂੰ ਆਪ ਨੂੰ ਰਿਜ਼ਲਟ ਮਿਲਣ ਲੱਗ ਜੂ। ਔਰ ਇਦੋਂ ਉਲਟ ਹੈ, ਜੇ ਅਸੀਂ 25 ਦਿਨ ਵੇਸਲੇ ਹੋ ਗਏ ਤਾਂ ਪਹਿਲੇ 25 ਦਿਨਾਂ ਦੇ ਵਿੱਚ, ਕਿਉਂਕਿ 5ਵੇਂ-7ਵੇਂ ਦਿਨ ਨੂੰ ਟਿੰਡਾ ਜਦੋਂ ਬਣਨਾ ਸ਼ੁਰੂ ਹੋ ਜਾਂਦਾ ਹੈ, ਟਿੰਡਾ ਵੀ ਖਤਰੇ 'ਚ ਹੋ ਜਾਂਦਾ ਹੈ। ਤੇ ਜੇ ਜਿਹੜੇ ਅੰਡੇ ਟਿੰਡੇ ਤੇ ਦਿੱਤੇ ਗਏ, ਟਿੰਡੇ 'ਚ ਸੁੰਡੀ ਵੜ ਗਈ ਤਾਂ ਉਹਨੇ ਆਪਦਾ ਟਿੰਡੇ ਦੇ ਵਿੱਚ ਜੀਵਨ ਚੱਕਰ ਪੂਰਾ ਕਰਨਾ ਹੈ। ਔਰ ਜੀਵਨ ਚੱਕਰ ਪੂਰਾ ਕਰਕੇ ਇਹ ਇੰਨੀ ਕੁਦਰਤ ਵੱਲੋਂ ਇਹਨੂੰ ਗਿਆਨ ਹੈ। ਪਹਿਲੀ ਗੱਲ ਤਾਂ ਇਹਦੀ ਖੁਰਾਕ ਇਹੋ ਜਿਹੀ ਹੈ, ਸਾਡੀਆਂ ਜਿਹੜੀਆਂ ਦੂਸਰੀਆਂ ਸੁੰਡੀਆਂ ਸੀ, ਟਿਕਸਟ ਵਾਲੀ ਸੁੰਡੀ, ਅਮਰੀਕਨ ਸੁੰਡੀ, ਚਿਤਕਬਰੀ ਸੁੰਡੀ, ਉਹ ਸੁੰਡੀਆਂ ਦਾ ਪੱਤੇ ਪੁੱਤੀ ਖਾਈ ਜਾਂਦੀਆਂ ਸੀ। ਉਹਨਾਂ ਨੂੰ ਕੋਈ ਉਹਨਾਂ ਦਾ ਟਾਰਗੇਟ ਜਾਂ ਬਹੁਤੀ ਚੰਗੀ ਖੁਰਾਕ ਇਹਦੇ ਮੁਕਾਬਲੇ 'ਚ ਨਹੀਂ ਹੋ ਸਕਦੀ। ਇਹ ਕੀ ਖਾਂਦੀ ਹੈ? ਇਹ ਫੁੱਲ ਦੇ ਜਿਹੜੇ
ਬੂਰ ਹੈ ਫੁੱਲਾਂ ਦਾ, ਪ੍ਰੋਟੀਨ ਵਾਲਾ, ਚੰਗੀ ਖੁਰਾਕ ਵਾਲਾ ਜਿਹੜਾ ਪਾਰਟ ਹੈ। ਔਰ ਕੁਦਰਤੀ ਤੌਰ ਤੇ ਇੱਕ ਹੋਰ ਵੀ ਵਜ੍ਹਾ ਹੈ ਵੀ ਜਿਹੜੇ ਹਰੇ ਪੱਤਿਆਂ 'ਚ ਜਿਹੜਾ BT ਦਾ ਲੈਵਲ ਹੈ ਉਹ ਪੂਰਾ ਹੁੰਦਾ ਹੈ, ਪਰੰਤੂ ਜਿਹੜਾ ਹੋਰ ਪਾਰਟ ਹੈ ਜਿਵੇਂ ਫੁੱਲ ਦੇ ਕਣ ਹੈ ਜਾਂ ਟੀਂਡੇ ਦੇ ਵਿੱਚ ਅੰਦਰ ਰੂੰ ਬੜੇਵੇਂ ਹੈ, ਉੱਥੇ ਪੱਤਿਆਂ ਦੇ ਮੁਕਾਬਲੇ 'ਚ BT ਦਾ ਲੈਵਲ ਵੀ ਘੱਟ। ਤਾਂ ਹੁਣ ਇਹ ਖੁਰਾਕ ਇਹਦੀ ਕੀ ਹੈ? ਜਾਂ ਤਾਂ ਫੁੱਲਾਂ ਦੇ ਵਿੱਚ ਉਹ ਬੂਰ ਹੈ, ਫੁੱਲਾਂ ਬੂਰ ਦਾ ਜਿੰਨੇ ਵੀ ਪਰਾਗ ਕਣ ਉਹਦੇ ਹੈਗੇ ਆ, ਜਾਂ ਫੁੱਲ ਦਾ ਪਾਰਟ ਹੈ, ਤੇ ਜਾਂ ਫਿਰ ਟੀਂਡੇ ਦੇ ਵਿੱਚ ਵੜ ਕੇ ਟੀਂਡੇ ਨੂੰ ਵੀ ਖਾਣਾ, ਇਹਨੇ ਬੜੇਵੇਂ ਤੱਕ ਜਾਣਾ। ਬੜੇਵੇਂ 1 2 3 ਜਿੰਨੇ ਵੀ ਹੈ, ਥੋੜੀ ਜੀ ਨਸਲ ਦਾ ਫਰਕ ਪੈ ਜਾਂਦਾ, ਕੁਝ ਵੈਰਾਈਟੀਆਂ ਦਾ ਵੀ ਫਰਕ ਪੈ ਜਾਂਦਾ ਹੈ। ਪਹਿਲਾਂ ਦੇ 2 3 ਹੀ ਮਤਲਬ ਵੱਧ ਤੋਂ ਵੱਧ 1 ਫੁੱਟੀ ਕਹਾਣੀ ਹੁੰਦੀ ਸੀ ਜਾਂ 2 ਹੋ ਜਾਂਦੀਆਂ ਸੀ। ਹੁਣ ਵਾਲੇ ਸਿਸਟਮ ਦਾ ਸਾਰਾ ਵੀ ਟੀਂਡਾ ਖਾਣਾ ਦੇਖਿਆ। ਤਾਂ ਇਸ ਜੇ ਆਪਾਂ ਸਾਰੀ ਗੱਲ ਨੂੰ ਸਮਝ ਗਏ ਤਾਂ ਸਭ ਕੁਝ, ਜਿੰਨਾ ਚਿਰ ਸਾਡੇ ਕੋਲੇ ਅਗਲੀ ਅਪਗ੍ਰੇਡਡ ਕੋਈ ਵੈਰਾਈਟੀ ਇਹਦੀ BT ਦੀ ਨਹੀਂ ਆਉਂਦੀ ਜਿਹੜੀ ਇਹਨੂੰ ਕਾਬੂ ਕਰਦੀ ਹੋਵੇ, ਉਹਨਾਂ ਚਿਰ ਅਸੀਂ ਸਿਰਫ ਉਹ ਸਪਰੇਅ ਤਕਨੀਕ ਰਾਹੀਂ ਹੀ ਇਹਨੂੰ ਰੋਕਥਾਮ ਕਰ ਸਕਦੇ ਹਾਂ। ਔਰ ਰਿਜ਼ਲਟ ਬਾਰੇ ਸਾਨੂੰ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ। ਰਿਜ਼ਲਟ ਹੈ ਜਿਹੜਾ ਘੱਟੋ ਘੱਟ 20 ਦਵਾਈਆਂ ਹੈ, ਉਹ ਸਾਰੀਆਂ ਹੀ ਅਸੀਂ ਸਪਰੇਅ ਕਰ ਸਕਦੇ ਹਾਂ। ਕੀਮਤ ਅਲੱਗ-ਅਲੱਗ ਹੈ, ਪਰ ਫਿਰ ਵੀ ਮੈਂ ਤੁਹਾਨੂੰ ਕਹਾਂਗਾ, ਜਿਹੜਾ ਮੈਂ ਆਪ ਪਿਛਲੇ ਸਾਲ ਤੇ ਜਾਂ ਪਿਛਲੇ 2-3 ਸਾਲ ਤੋਂ ਤਜਰਬੇ ਤੋਂ ਕਹੂੰ, ਮਹਿੰਗੀ ਦਵਾਈ ਦੇ ਚੱਕਰ 'ਚ ਇਹ ਨਾ ਸੋਚੋ ਵੀ 20 ਦਿਨ ਕੰਮ ਕਰੋ। ਕੋਈ ਵੀ ਦਵਾਈ 20 ਦਿਨ ਨਹੀਂ ਕੰਮ ਕਰੋ। ਇਹ ਤੋਂ ਉਲਟ ਹੈ, ਜੇ ਅਸੀਂ ਜਿਵੇਂ ਅੱਜ ਤੋਂ 20-25 ਸਾਲ ਪਹਿਲਾਂ ਹਫ਼ਤੇ ਤੇ ਜਾਂ 8 ਦਿਨਾਂ ਦੇ ਸਪਰੇਅ ਜਾਂ 10 ਦਿਨਾਂ ਦੇ ਸਪਰੇਅ ਵਾਲੇ ਚੱਕਰ 'ਚ ਸੀ, ਉਹ ਚੱਕਰ ਹੈ ਜਿਹੜਾ ਕਾਰਨ ਕੀ ਹੁੰਦਾ ਹੈ? ਜ਼ਿਆਦਾਤਰ ਦਵਾਈਆਂ 2-3 ਦਿਨ ਕੰਮ ਕਰ ਰਹੀਆਂ ਹੁੰਦੀਆਂ ਉਸ ਫੁੱਲ ਤੇ ਜਾਂ ਉਸ ਟੀਂਡੇ ਤੇ ਜਾਂ ਉਸ ਪੱਤਿਆਂ ਤੇ, ਪਰੰਤੂ 2-3 ਦਿਨਾਂ ਬਾਅਦ ਨਰਮੇ ਦੀਆਂ ਲਗਰਾਂ ਵੀ ਨਵੀਆਂ ਆ ਜਾਂਦੀਆਂ, ਫੁੱਲ ਡੋਡੀ ਨਵੀਂ ਆ ਜਾਂਦੀ ਹੈ, ਫੁੱਲ ਨਵੇਂ ਆ ਜਾਂਦੇ ਆ, ਫੁੱਲਾਂ ਦੇ ਟੀਂਡੇ ਨਵੇਂ ਬਣ ਜਾਂਦੇ ਆ। ਉਹਨਾਂ ਤੇ ਅਸੀਂ ਦਵਾਈ ਸਪਰੇਅ ਨਹੀਂ ਕਰੀ। 4 ਦਿਨ ਬਾਅਦ 5 ਦਿਨ ਬਾਅਦ ਜਿਹੜੇ ਨਵੇਂ ਆਂਡੇ ਆਏ ਜਾਂ ਆਂਡਿਆਂ 'ਚੋਂ ਨਵਾਂ ਬੱਚ ਨਿਕਲਿਆ, ਮੰਨ ਲਓ ਉਹ ਉਸ ਫਲ ਦੇ ਉੱਤੇ ਦਵਾਈ ਤੋਂ ਰਹਿਤ ਫਲ ਆ, ਉਹਦੇ ਤੇ ਵੱਧ ਫੁੱਲ। ਜੇ ਸਾਡਾ ਵਕਫਾ ਘੱਟ ਹੋਊਗਾ ਤਾਂ ਅਸੀਂ ਕੁਦਰਤੀ ਹੈ ਵੀ ਅਸੀਂ ਉਹਨੂੰ ਰੋਕਣ ਦੇ ਵਿੱਚ ਅਸੀਂ ਪੂਰੇ ਹੀ ਕਾਮਯਾਬ ਹੋ ਜਾਵਾਂਗੇ। ਜੇ ਅਸੀਂ ਪੁਰਾਣੀ ਉਦਾਹਰਨ ਲਈਏ ਤੇ ਇਹ ਸੁੰਡੀ ਦਾ ਬੀ ਨਾਸ ਕਰਤਾ ਸੀ। ਜੇ 80-85 ਤੱਕ ਇਹ ਸੁੰਡੀ ਜੇ ਹੁੰਦੀ ਸੀ ਤਾਂ ਉਸ ਤੋਂ ਬਾਅਦ ਅਮਰੀਕਨ ਸੁੰਡੀ ਤਾਂ ਆ ਗਈ ਸੀ, ਪਰ ਇਹ ਗੁਲਾਬੀ ਸੁੰਡੀ ਨਹੀਂ। ਦਵਾਈਆਂ ਕਿਹੜੀਆਂ ਸੀ? ਜਿੰਨੀਆਂ ਤੁਸੀਂ ਪੁਰਾਣੀਆਂ ਦਵਾਈਆਂ ਜਾਣਦੇ ਆ ਸਾਰੀਆਂ ਕੰਮ ਕਰੂਗੀਆਂ। ਜਿਹੜੇ ਤੁਸੀਂ ਨਾ ਜਾਣਦੇ ਆ, ਕੱਲੀ ਇੰਡੋਸਲਫਾਨ ਹੀ ਨਹੀਂ ਮਿਲਦੀ, ਉਹ ਸਾਰੀਆਂ ਮਿਲਦੀਆਂ। ਇਸ ਕਰਕੇ ਤੁਸੀਂ ਹੀ ਜੋ ਕੁਝ ਕਰਨਾ ਹੈ, ਇੱਕੋ ਚੀਜ਼ ਨੂੰ ਧਿਆਨ 'ਚ ਰੱਖਣਾ ਹੈ ਵੀ ਜੇ ਪਹਿਲਾ ਮਹੀਨਾ ਗੌਰ ਰੱਖ ਲਈ ਤਾਂ ਨਰਮਾ ਪੂਰਾ ਹੋਊਗਾ। ਜੇ ਪਹਿਲਾ ਮਹੀਨਾ ਬੇਸਲੇ ਹੋ ਗਈ, ਇਹ ਸੁੰਡੀ ਦਾ ਇੱਕ ਹੋਰ ਚੱਕਰ ਹੈ। ਸਭ ਤੋਂ ਪਹਿਲਾਂ ਇਹ ਉਹੀ ਖੇਤ ਖਾਂਦੀ ਹੈ ਜਿਹੜੇ ਖੇਤ 'ਚ ਇਹ ਪਹਿਲਾਂ ਐਂਟਰ ਕਰ। ਮੰਨ ਲਓ ਇੱਕ ਵਾਰੀ ਕਿਸੇ ਛਿਟਕਾਂ ਦੇ ਸ਼ੌਰ ਤੋਂ ਨੇੜਲਾ ਖੇਤ ਇਹਨੇ ਜਿਹਦੇ ਤੇ ਅਟੈਕ ਕਰ ਲਿਆ, ਤਾਂ ਉੱਥੋਂ ਜਿਹੜਾ 25 ਦਿਨਾਂ ਬਾਅਦ ਵੀ ਵਾਧਾ ਹੋਣਾ ਹੈ, ਉਹਨੂੰ ਖੁਰਾਕ ਦਿੰਦੀ ਆ, ਉਹ ਦੂਰ ਨਹੀਂ ਜਾਂਦੀ। ਉਹਦਾ ਪਤੰਗਾ ਉਹਦੇ ਵਿੱਚ ਹੀ ਉੱਡੂਗਾ, ਵਿੱਚ ਹੀ ਰਹੂਗਾ। ਇੱਕ ਤਾਂ ਇਹੀ ਹੈ ਵੀ ਜਿੰਨਾ ਥੋੜਾ ਜਿਹਾ ਹਵਾਦਾਰ ਨਰਮਾ ਹੋਊਗਾ, ਇਹਦੇ ਵਿੱਚ ਸਾਨੂੰ ਫਾਇਦਾ ਹੋਊਗਾ ਸੁੰਡੀ ਨੂੰ ਕਾਬੂ ਕਰਨ। ਜਿਹੜੇ ਘੁੱਫੇ ਦੇ ਜ਼ਿਆਦਾ ਮਤਲਬ ਨਰਮੇ ਸੰਘਣੇ ਹੋ ਜਾਂਦੇ ਆ, ਤਾਂ ਉਹਦੇ ਵਿੱਚ ਦੇਖੋ ਇਹਨਾਂ ਸੁੰਡੀ ਨੂੰ ਵਧਣ ਫੁੱਲਣ ਲਈ ਜਾਂ ਅੰਦਰ ਹੀ ਰਹਿਣ ਦਾ, ਹੋਰ ਪੰਛੀਆਂ ਤੋਂ ਵੀ ਬਚਣ ਦਾ, ਹਰ ਇੱਕ ਚੀਜ਼ ਦਾ, ਦਵਾਈਆਂ ਸਪਰੇਆਂ ਤੋਂ ਬਚਣ ਦਾ ਇਹਦੇ ਕੋਲ ਇੱਕ ਸਾਧਨ ਬਣਿਆ ਰਹਿੰਦਾ। ਸੋ ਇਹ ਇੰਨੀਆਂ ਚੀਜ਼ਾਂ ਦਾ ਤੁਸੀਂ ਪਹਿਲੇ ਸਮੇਂ 'ਚ ਧਿਆਨ ਰੱਖ ਲਓ। ਪਹਿਲੇ 25-30 ਦਿਨ ਜਾਂ ਪਹਿਲੇ 50 ਦਿਨਾਂ ਦਾ ਜਿਹੜਾ ਸਿਸਟਮ ਹੈ, ਜਿਹਦੇ 'ਚ ਇਹਨੇ ਲੱਖਾਂ ਦੀ ਗਿਣਤੀ 'ਚ ਜਾਣਾ, ਤੇ ਜੇ ਅਸੀਂ ਉੱਥੇ ਰੋਕ ਲਾ ਕੇ ਅਸੀਂ ਰੋਕਾਂਗੇ, ਇੱਕ ਸੁੰਡੀ ਮਾਰ ਕੇ ਤੁਸੀਂ ਸੋਚ ਸਕਦੇ ਆ ਵੀ ਸਤੰਬਰ ਮਹੀਨੇ ਵਾਲੀਆਂ ਅਸੀਂ ਲੱਖ ਮਾਰ ਦੂ। ਤੇ ਜੇ ਆਪਾਂ ਦੂਜੇ ਪਾਸੇ ਦੇਖੀਏ, ਜਿੰਨੇ ਸਬਜ਼ੀਆਂ ਲਾਉਂਦੇ ਆ, ਝੋਨਾ ਵੀ ਜੇ ਅਸੀਂ ਲਾਉਣੇ ਆ, ਬਾਸਮਤੀ ਲਾਉਣੇ ਆ, ਉਹਦੇ ਤੇ ਵੀ ਸੁੰਡੀਆਂ ਆਉਂਦੀਆਂ। ਸਪਰੇਆਂ ਕਰਦੇ ਆ, ਸੁੰਡੀਆਂ ਨੂੰ ਕਾਬੂ ਕਰਦੇ ਆ। ਪੱਕੇ ਝੋਨੇ ਤੇ ਵੀ ਤੇਲਾ ਪੈ ਜਾਂਦਾ, ਪੱਕੇ ਝੋਨੇ ਤੇ ਵੀ ਸਪਰੇਅ ਕਰੀ ਜਾਂਦੇ ਆ। ਹੁਣ ਕੋਈ ਟਮਾਟਰ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਸਬਜ਼ੀਆਂ ਬਿਨਾਂ ਸਪਰੇਅ ਤੋਂ ਹੁੰਦੀਆਂ ਹੀ ਨਹੀਂ। ਸੋ ਥੋੜਾ ਜਿਹਾ ਆਪਾਂ ਨੂੰ ਜਿੰਨਾ ਚਿਰ ਬੀਟੀ ਦੇ ਵਿੱਚ ਕੋਈ ਅਗਲੀ ਸੋਧ ਨਹੀਂ ਆਉਂਦੀ, ਤਾਂ ਸਾਨੂੰ ਸਾਡੀ ਜਿਹੜੀ ਪੁਰਾਣੀ ਸਪਰੇਅ ਟੈਕਨੋਲੋਜੀ ਹੈ, ਪੁਰਾਣੀਆਂ ਦਵਾਈਆਂ ਹੈ,
ਚੰਗੀ ਤਰ੍ਹਾਂ ਚੰਗੇ ਢੰਗ ਨਾਲ ਕੋਸ਼ਿਸ਼ ਕਰੋ। ਜੇ ਖੇਤ ਹਜੇ ਵਿਰਲਾ ਹੈ, ਵਿਚਕਾਰ ਸਾਡੇ ਜਿਹੜੇ ਪਾੜੇ ਹੈ ਨੰਗੇ ਹੈ, ਤਾਂ ਕੋਸ਼ਿਸ਼ ਕਰੋ ਪਹਿਲੀਆਂ 1-2 ਸਪਰੇਆਂ ਜਿਹੜੀਆਂ ਕੱਲੇ ਸਿਆੜ ਤੇ ਹੋਣ। ਤੁਹਾਨੂੰ ਖੇਚਲ ਜ਼ਰੂਰ ਲੱਗੂਗੀ, ਪਰ ਜੇ ਅਸੀਂ ਮੁੱਲ ਦਵਾਈ ਤੇ ਪੈਸੇ ਲਾਏ ਆ, ਕੁਦਰਤੀ ਭਾਅ ਚੰਗਾ ਰਹਿਣ ਦੀ ਉਮੀਦ ਹੈ। ਹੋ ਸਕਦਾ ਹੈ ਦਵਾਈਆਂ ਦਾ ਮੁੱਲ ਜਿਹੜਾ ਮਨ ਨਰਮੇ ਦੀ ਹੋਵੇ, ਤਾਂ ਪਹਿਲੀਆਂ 1-2 ਸਪਰੇਆਂ, ਕਿਉਂਕਿ ਜਿਹੜੀ ਦਵਾਈ ਤੁਹਾਡੀ ਮਿੱਟੀ ਤੇ ਪੈ ਰਹੀ ਹੈ ਉਹ ਬੇਕਾਰ ਹੈ। ਤੁਸੀਂ ਸੋਚ ਰਹੇ ਆ ਦਵਾਈ ਸਪਰੇਅ ਕਰਤੀ 500 ਵਾਲੀ, 200 ਵਾਲੀ, 50 ਵਾਲੀ, ਪਰ ਜਿਹੜੀ ਮਿੱਟੀ ਤੇ ਪੈ ਗਈ ਬੇਕਾਰ ਹੈ। ਜਦੋਂ ਨਰਮੇ ਉੱਪਰੋਂ ਕਵਰ ਹੁੰਦੇ ਆ ਉਸ ਟਾਈਮ ਤੁਸੀਂ 2 ਸਿਆੜ ਲੈਂਦੇ ਆ ਜਾਂ 3 ਲੈਂਦੇ ਆ, ਪਰ ਫਿਰ ਵੀ ਇਹੋ ਜਿਹੇ ਮਾਮਲੇ ਵਿੱਚ ਉਦੋਂ ਵੀ ਸਾਨੂੰ 2 ਸਿਆੜਾਂ ਤੇ ਰੁਕਣਾ ਚਾਹੀਦਾ, ਤਾਂ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਮਤਲਬ ਜਿੰਨੇ ਉਹਦੇ ਫੁੱਲਾਂ ਵਾਲੇ ਭਾਗ ਹੈ, ਫੁੱਲ ਡੋਡੀ ਹੈ, ਛੋਟੇ ਟਿੰਡੇ ਹੈ, ਉਹਨੂੰ ਦਵਾਈ ਨਾਲ ਅਸੀਂ ਇੱਕ ਤਰ੍ਹਾਂ ਨਾਲ ਉਹਦੀ ਟ੍ਰੀਟਮੈਂਟ ਕਰੀਏ, ਤਾਂ ਫਿਰ ਅਸੀਂ ਰਿਜ਼ਲਟ ਇਹਦਾ ਜਿਹੜਾ ਲੈ ਸਕਦੇ ਹਾਂ। ਬਾਕੀ ਜਿੱਥੋਂ ਤੱਕ ਸਵਾਲ ਹੈ ਵੀ ਚਿੱਟਾ ਤੇਲਾ ਹੈ ਜਾਂ ਹੋਰ ਕੀੜੇ ਆ, ਉਹਦੇ ਬਾਰੇ ਚ ਤੁਸੀਂ ਤਕਰੀਬਨ ਪਿਛਲੇ 7 ਸਾਲਾਂ ਤੋਂ ਵੱਖ-ਵੱਖ ਦਵਾਈਆਂ ਰਾਹੀਂ ਉਹਨੂੰ ਕਾਬੂ ਕਰ ਰਹੇ ਆ। ਤੁਹਾਨੂੰ ਉਹਦੇ ਬਾਰੇ ਚ ਪੂਰਾ ਤਜਰਬਾ ਹੋਇਆ ਵਾ, ਪਰ ਉਹਦੇ ਨਾਲ ਵੀ ਇਹਦਾ ਦਵਾਈਆਂ ਦਾ ਅਸੀਂ ਉਸ ਹਿਸਾਬ ਨਾਲ ਜੇ ਰੋਜ਼ ਉਹਦੀ ਦਵਾਈ ਵਰਤਦੇ ਆ ਤਾਂ ਉਸ ਵੇਲੇ ਕੋਈ ਨਾ ਕੋਈ ਇਹਦੀ ਦਵਾਈ ਦਾ ਵੀ ਧਿਆਨ ਚ ਰੱਖੀਏ ਕਿ ਸੁੰਡੀ ਵਾਲੀ ਦਵਾਈ ਵੀ ਸਪਰੇਅ ਕਰਨੀ ਹੈ। ਕਈ ਦਵਾਈਆਂ ਇਹੋ ਜਿਹੀਆਂ ਦੋਨੇ ਕੰਮ ਕਰਦੀਆਂ, ਇੱਥੇ ਹੋਣਾ ਜਿਵੇਂ ਪਰਫੈਨੋਫਾਸ ਹੈ, 2 ਕੰਮ ਕੀੜਿਆਂ ਦੇ ਵਿੱਚ ਕੰਮ ਆ ਰਹੀਆਂ ਹੁੰਦੀਆਂ, ਤਾਂ ਇਸ ਤਰ੍ਹਾਂ ਜੇ ਅਸੀਂ ਪੂਰਾ ਲਗਾਤਾਰ ਇੰਤਜ਼ਾਮ ਰੱਖਾਂਗੇ। ਬਾਕੀ ਜਿਹੜੀ ਗੱਲ ਹੈ ਵੀ ਫਲ ਚੰਗਾ ਲੱਗੇ, ਚੰਗਾ ਉਹਦਾ ਟਿੰਡਿਆਂ ਦਾ ਵਾਧਾ ਵਿਕਾਸ ਹੋਵੇ, ਉਹਦੇ ਵਾਸਤੇ ਜਿਹੜੀ ਅਸੀਂ 13-045 ਸਪਰੇਅ ਕਰਦੇ ਹਾਂ ਉਹਦਾ ਬਹੁਤ ਵੱਡਾ ਰੋਲ ਹੈ। ਪਰ ਅਸੀਂ ਕਰਦੇ ਹਾਂ ਲੇਟ। ਅਸੀਂ ਤਾਂ ਉਦੋਂ ਕਰਦੇ ਹਾਂ ਜਦੋਂ ਉਹ ਫੁੱਲ ਆ ਜਿਹੜੇ ਟਿੰਡੇ ਬਣਨੇ ਨਹੀਂ ਹੁੰਦੇ। ਜਦੋਂ ਫੁੱਲ ਫਲਾਕਾ ਸ਼ੁਰੂ ਹੋ ਗਿਆ, ਸਮਝ ਲਓ ਇਹਨੂੰ ਖੁਰਾਕ ਹੈ, ਜਿਹੜੀ ਜ਼ਮੀਨ ਤੋਂ ਖੁਰਾਕ ਆਉਣ ਵਾਲੀ ਹੈ, ਤੇ ਉਹਨੇ ਲੜੀਆਂ ਫੁੱਲਾਂ ਦੀ ਇਹਨੂੰ ਖੁਰਾਕ ਦੀ ਲੋੜ ਹੈ। ਉਸ ਹਿਸਾਬ ਨਾਲ ਸਾਡੀ ਸਪਰੇਅ ਦਾ ਸਮਾਂ ਵੀ ਉਦੋਂ ਹੀ ਸ਼ੁਰੂ ਹੋ ਗਿਆ। 2 ਕਿਲੋ 100 ਲੀਟਰ ਪਾਣੀ ਦੇ ਵਿੱਚ 4 ਸਪਰੇਆਂ ਹੋਣਗੀਆਂ, ਉਹ ਜ਼ਰੂਰ ਜੇ ਅਸੀਂ ਨਾਲ ਉਹ ਕਰੀਏ, ਕਿਉਂਕਿ ਜਿਹੜੇ ਅੱਜ ਕੱਲ ਪਹਿਲੇ ਸਮੇਂ 'ਚ ਟਿੰਡੇ ਲੱਗਣਗੇ, ਇਹ ਇੱਕ ਤਰੀਕੇ ਨਾਲ ਸਾਨੂੰ ਸਜ਼ਾ ਹੀ ਹੈ। ਇਹ ਟਿੰਡੇ ਸਾਡੀ ਫਸਲ ਦੇ ਵਿੱਚ ਨਹੀਂ ਜੁੜਦੇ। 30-35 ਦਿਨਾਂ 'ਚ, ਕਈ ਵਾਰੀ ਤੇ 1 ਮਹੀਨੇ 'ਚ ਟਿੰਡਾ ਇਹ ਖਿੜ ਜਾਂਦਾ ਕੀਤਾ। ਤਾਂ ਜੇ ਹੁਣ ਅਸੀਂ ਇਹ ਸੋਚਦੇ ਹਾਂ ਵੀ ਚੜੇ ਹਰ ਟਿੰਡਾ ਲੱਗ ਗਿਆ ਤੇ ਉਹ ਕੇ ਜਾਂ ਸੁੰਡੀ ਦਾ ਸ਼ਿਕਾਰ ਹੀ ਬਣਨਾ, ਸਾਡੇ ਵਾਸਤੇ ਤਾਂ ਸਜ਼ਾ ਦੀ ਇਹ ਨਹੀਂ ਕਾਰਨ ਹੈ, ਜ਼ਮੀਨਾਂ ਨਾ ਹੀ ਲੱਗਦੇ ਜ਼ਿਆਦਾ ਚੰਗਾ ਸੀ। ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਸਾਡੀ ਸੁੰਡੀ ਹੈ ਜਿਹੜੀ ਇਹ ਪਲੂਗੀ ਕਿੱਥੇ। ਬਾਹਰ ਸਾਡੇ ਖੇਤ ਤੋਂ ਪਲਣ ਨੂੰ ਇਹਨੂੰ ਕੋਈ ਥਾਂ ਨਹੀਂ, ਕਿਤੇ ਵੀ ਕੋਈ ਥਾਂ ਨਹੀਂ। ਜੇ ਥੋੜੀ ਬਹੁਤ ਮੰਨ ਲਓ ਜੇ ਕੋਈ ਮਾਲੀ ਨੇ ਭਿੰਡੀਆਂ ਲਾਈਆਂ ਹੋਈਆਂ, ਭਿੰਡੀ ਦੇ ਬੂਟੇ ਤੇ ਕਿਤੇ ਨਾ ਕਿਤੇ ਜੇ ਪਲ ਵੀ ਸਕਦੀ ਹੋਊ ਤਾਂ ਉਹ ਤੇ ਇੰਨੀ ਮੋਨੋਕ੍ਰੋਟੋਫਾਸ ਸਪਰੇਅ ਕਰਦੇ ਉਹ ਤਾਂ ਛੱਡਦੇ ਹੀ ਕੋਈ ਨਹੀਂ ਉਹਦੇ। ਇਸ ਕਰਕੇ ਜੇ ਅਸੀਂ ਨਰਮੇ ਬਾਰੇ ਚ ਇੰਨਾ ਕੁ ਜਾਗਰੂਕ ਰਹੀਏ, ਮਿਹਨਤ ਅੱਗੇ ਵੀ ਤੁਸੀਂ ਕਰਦੇ ਆ, ਬੀਜਦੇ ਬਹੁਨੇ ਆ, ਸਪਰੇਆਂ ਕਰਦੇ ਆ, ਕਈ ਵਾਰੀ ਸਿਰਫ ਟਾਈਮ ਦਾ ਫਰਕ ਹੁੰਦਾ। ਜੇ ਅਸੀਂ 20 ਦਿਨ ਖੁੱਝ ਗਏ ਸਾਡੀਆਂ ਦਵਾਈਆਂ ਦਾ ਕੋਈ ਨਹੀਂ। ਬਾਕੀ ਜਿੰਨੇ ਤੁਹਾਨੂੰ ਇਹ ਟਰੈਪ ਮਿਲ ਜਾਣਗੇ, ਇਹਨਾਂ ਨੂੰ ਖੇਤ ਚ ਲਾਓ। ਇਹਨਾਂ ਨੂੰ ਤਕਰੀਬਨ ਤੁਸੀਂ ਰੋਜ਼ਾਨਾ ਦੇਖ ਸਕਦੇ ਆ, 2 ਦਿਨਾਂ ਬਾਅਦ ਦੇਖ ਸਕਦੇ ਆ। ਇਹਦੇ ਵਿੱਚ ਜਿੰਨੇ ਲਿਫਾਫੇ 'ਚ ਪਤੰਗੇ ਆ ਗਏ ਉਹਨਾਂ ਨੂੰ ਗਿਣੋ, ਉਹ ਮਰੇ ਹੋਏ ਹੁੰਦੇ ਜ਼ਿਆਦਾਤਰ, ਨਹੀਂ ਉਹਨਾਂ ਨੂੰ ਕ੍ਰਸ਼ ਕਰਕੇ ਮਾਰ ਦਿਓ, ਤਾਂ ਤੁਹਾਨੂੰ ਰੁਝਾਨ ਦਾ ਪਤਾ ਲੱਗੂ ਵੀ ਅੱਗੇ ਨੂੰ ਇਹ ਵੱਧ ਰਹੇ ਪਤੰਗੇ ਜਾਂ ਘਟ ਰਹੇ। ਕਿਉਂਕਿ ਜਿਹੜੇ ਤੋਂ ਪਹਿਲਾਂ ਵੱਧ ਆ ਰਹੇ ਸੀ ਉਹ ਸਾਡੇ ਹਿਸਾਬ ਨਾਲ ਇਹ ਸੀ ਵੀ ਵੱਧ ਆਉਣੇ ਸੀ। ਜਿੰਨੇ ਪਿਛਲੀਆਂ ਛੁੱਟੀਆਂ ਦੇ ਵਿੱਚ ਜਾਂ ਪਿਛਲੇ ਕਾਣੇ ਟਿੰਡਾਂ 'ਚ ਪਏ ਆ, ਉਹਨਾਂ ਨੇ ਨਿਕਲਣਾ ਸੀ ਮੌਸਮ ਦੇ ਲਿਹਾਜ਼ ਨਾਲ, ਪਰ ਜਿੱਡੀ ਛੇਤੀ ਖਤਮ ਹੋਣਗੇ ਸਾਡਾ ਖਤਰਾ ਫੇਰ ਘਟ। ਸੋ ਜਿੰਨੀਆਂ ਮੇਰੇ ਦਿਮਾਗ 'ਚ ਨਰਮੇ ਦੇ ਪ੍ਰਬੰਧ ਸੰਬੰਧੀ ਜਾਂ ਜੋ ਅਸੀਂ ਕੋਈ ਗੱਲਬਾਤ ਜਾਂ ਅਸੀਂ ਕੋਈ ਦਵਾਈਆਂ ਪ੍ਰਤੀ ਜਾਣਕਾਰੀ ਸਾਂਝੀ ਕਰ ਸਕਦੇ ਸੀ, ਮੈਂ ਤੁਹਾਡੇ ਨਾਲ ਸਾਂਝੀ ਕੀਤੀ। ਬਹੁਤ ਧਿਆਨ ਨਾਲ ਤੁਸੀਂ ਸੁਣ ਰਹੇ ਹੈ, ਬਹੁਤ ਸੂਝਵਾਨ ਕਿਸਾਨ ਵੀਰੋ। ਅਖੀਰ ਤੇ ਫੇਰ ਮੇਰੇ ਵੱਲੋਂ ਸਾਰਿਆਂ ਨੂੰ ਫਤਿਹ ਆਖਿਆ। ਵਾਹਿਗੁਰੂ ਜੀ ਕਾ ਖਾਲਸਾ।